ਕੇਜਰੀਵਾਲ ਦੀ ਕਹਿਣੀ ਤੇ ਕਰਨੀ ਤੇ ਜ਼ਮੀਨ ਤੇ ਸਮਾਨ ਜਿੰਨਾ ਫਰਕ ਹੈ। ਜੋ ਕੁਛ ਉਹ ਕਹਿੰਦੇ ਉਹ ਕਰਦੇ ਕਦੇ ਨਹੀਂ, ਜਿਹੜਾ ਕੁਛ ਉਹ ਕਰਦੇ ਉਹ ਕਹਿੰਦੇ ਕਦੇ ਨਹੀਂ। ਅੰਨਾ ਹਜ਼ਾਰੇ ਇੱਕ ਕਹਿੰਦੇ ਕਹਾਉਂਦੇ ਫਰੀडम ਫਾਈਟਰ ਨੂੰ ਮੂਹਰੇ ਕੀਤਾ ਕਿਸੇ ਹੋਰ ਪਰਪਸ ਲਈ, ਔਰ ਉਸ ਅੰਨਾ ਹਜ਼ਾਰੇ ਨੂੰ ਦਿਖਾ ਕੇ ਪਿੱਛੇ ਤਸਵੀਰ ਆਪਦੀ ਫਿੱਟ ਕਰ ਰਹੇ ਸੀ। ਮੈਂ ਤਾਂ ਕਹਿ ਸੀ ਰਾਜਨੀਤੀ 'ਚ ਨਹੀਂ ਆਉਣਾ, ਆ ਗਏ। ਕੁਰਸੀ ਲੈਣੀ, ਕਾਰ ਨਹੀਂ ਲੈਣੀ, ਸਿਕਿਉਰਿਟੀ ਨਹੀਂ ਲੈਣੀ, ਸਭ ਕੁਛ ਲੈ ਲਿਆ। ਜਿਹੜੀ ਲੋਕਾਂ ਤੋਂ ਜਿੱਤ ਕੇ 2 ਵਾਰ ਚੀਫ ਮਿਨਿਸਟਰ ਬਣਿਆ, ਪਹਿਲਾਂ ਉੱਥੇ ਪੂਰੇ ਕਰ ਦੇਣ। ਕੀ 300 ਯੂਨਿਟ ਦੇ ਰਹੇ ਨੇ ਉੱਥੇ ਦਿੱਲੀ ਦੇ ਵਿੱਚ? ਇੱਥੇ ਵਾਅਦਾ ਕਰਦੇ ਜਿਨ੍ਹਾਂ ਨੇ ਵੋਟਾਂ ਬਣਾਇਆ, 2 ਵਾਰ ਸੀਐਮ ਬਣਾਇਆ, ਅਜੇ ਤੱਕ ਉਹ ਵਾਅਦਾ ਤਾਂ ਉੱਥੇ ਨਹੀਂ ਪੂਰਾ ਕੀਤਾ ਬਿਜਲੀ ਪੂਰੀ ਦੇਣ ਦਾ। ਇਹਨਾਂ ਦੇ ਦਿੱਲੀ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਐਮਪੀਸੀ ਕੈਮਰੇ ਜਰਨੈਲ ਸਿੰਘ ਉਹ ਵਿਦਆਊਟ ਆਕਸੀਜਨ ਮਰਿਆ ਹੈ। ਇਹਨਾਂ ਦੇ ਕਿੱਥੇ ਗਏ ਹਸਪਤਾਲ ਦੇ ਵਾਅਦੇ? ਕੇਜਰੀਵਾਲ ਜੀ ਪੰਜਾਬ ਦੇ ਕਦੇ ਵੀ ਹਿਤੈਸ਼ੀ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਪੰਜਾਬ ਤੇ ਪੰਜਾਬੀਅਤ ਨਾਲ ਕਿੰਨੀ ਕੁ ਨਫ਼ਰਤ ਹੈ। ਆ ਕਿਸਾਨਾਂ ਦੇ ਮਾਮਲਿਆਂ ਵਿੱਚ ਕਿੰਨਾ ਕੁਝ ਇਹਨਾਂ ਨੇ ਕੀ ਕੀਤਾ, ਜੋ ਕੁਝ ਕਿਹਾ ਕੀਤਾ ਕੁਝ ਪੂਰਾ। ਜੇ ਦਿੱਲੀ 'ਚ ਬੈਠੇ ਸੀਗੇ, ਕਿੰਨੀ ਕੁ ਦੂਰ ਹੈ ਉੱਥੇ ਮੋਦੀ ਦਾ ਉਹ ਬਾਹਰ ਛੱਡਦੇ ਸਾਰਾ ਕੁਛ। ਜਿਵੇਂ ਅੰਨਾ ਹਜ਼ਾਰੇ ਵੇਲੇ ਉਹਦੀ ਕੁਰਸੀ ਲੈਣ ਵੇਲੇ ਛੱਡਿਆ ਸੀ, ਜਾ ਕੇ ਉੱਥੇ ਧਰਨੇ ਦਿੰਦੇ, ਸਾਰੀ ਮਿਨਿਸਟਰੀ ਬਿਠਾਉਂਦੇ। ਗਏ ਕਿਤਨੇ? ਸਾਡੀ ਵੀ ਪਾਰਟੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਕਿਸਾਨਾਂ ਦਾ ਕਰਜ਼ਾ ਦੇਸ਼ ਲੈਵਲ 'ਤੇ ਸੋਨੀਆ ਜੀ ਨਾਲ ਜਾ ਕੇ ਮਨਮੋਹਨ ਸਿੰਘ ਜੀ ਤੋਂ ਕਰਾਇਆ ਮਾਫ ਸਾਰੇ ਸੂਬਿਆਂ ਨੇ ਕੀਤਾ, ਪੰਜਾਬ ਦਾ ਨਹੀਂ ਸੀ ਕੀਤਾ ਹੋਇਆ। ਪੰਜਾਬ ਨੂੰ ਸ਼ਾਮਲ ਕਰਾਇਆ, ਇਹ ਕਾਂਗਰਸ ਪਾਰਟੀ ਹੋਈ ਹੈ। ਕੇਜਰੀਵਾਲ ਦੀ ਕਹਿਣੀ ਤੇ ਕਰਨੀ ਤੇ ਜ਼ਮੀਨ ਤੇ ਸਮਾਨ ਜਿੰਨਾ ਫਰਕ ਹੈ। ਜੋ ਕੁਛ ਉਹ ਕਹਿੰਦੇ ਉਹ ਕਰਦੇ ਕਦੇ ਨਹੀਂ, ਜਿਹੜਾ ਕੁਛ ਉਹ ਕਰਦੇ ਉਹ ਕਹਿੰਦੇ ਕਦੇ ਨਹੀਂ। ਸਾਰਿਆਂ ਤੋਂ ਪਹਿਲੀ ਵੱਡੀ ਮਿਸਾਲ ਇਹਨਾਂ ਦੀ ਜਿਹੜੀ ਪਬਲਿਕ ਦੇਖਦੀ ਹੈ, ਦੁਨੀਆ ਨੇ ਦੇਖੀ ਹੈ। ਅੰਨਾ ਹਜ਼ਾਰੇ ਇੱਕ ਕਹਿੰਦੇ ਕਹਾਉਂਦੇ ਫਰੀडम ਫਾਈਟਰ ਨੂੰ ਮੂਹਰੇ ਕੀਤਾ ਕਿਸੇ ਹੋਰ ਪਰਪਸ ਲਈ, ਔਰ ਉਸ ਅੰਨਾ ਹਜ਼ਾਰੇ ਨੂੰ ਦਿਖਾ ਕੇ ਪਿੱਛੇ ਤਸਵੀਰ ਆਪਦੀ ਫਿੱਟ ਕਰ ਰਹੇ ਸੀ ਉਹ। ਔਰ ਉਸ ਵੇਲੇ ਜੋ ਗੱਲਾਂ ਕੀਤੀਆਂ, ਇੱਕ ਦੇਸ਼ ਭਗਤ ਨੂੰ ਜਿਹਦੇ ਮਗਰ ਜਨਤਾ ਲੱਗੀ ਕਿ ਕੋਈ ਰੋਲ ਸੀਗਾ, ਉਹ ਸਾਰੀਆਂ ਗੱਲਾਂ ਬਣਨਸਾਰ ਕੁਰਸੀ 'ਤੇ ਭੁੱਲ ਗਏ। ਪਹਿਲਾਂ ਤਾਂ ਕਹਿ ਸੀ ਅਸੀਂ ਰਾਜਨੀਤੀ 'ਚ ਨਹੀਂ ਆਉਣਾ, ਆ ਗਏ। ਕੁਰਸੀ ਨਹੀਂ ਲੈਣੀ, ਕਾਰ ਨਹੀਂ ਲੈਣੀ, ਸਿਕਿਉਰਿਟੀ ਨਹੀਂ ਲੈਣੀ, ਸਭ ਕੁਛ ਲੈ ਲਿਆ। ਅਤੇ ਇਸੇ ਤਰ੍ਹਾਂ ਨਾਲ ਫਿਰ ਕਹਿੰਦੇ ਸੀ ਇਹਦੇ ਖਿਲਾਫ ਅਸੀਂ ਅਪਣਾਵਾਂਗੇ ਫਲਾਨਾ ਕਮਿਸ਼ਨ। ਅੰਨਾ ਹਜ਼ਾਰੇ ਦਾ ਮੇਨ ਮੁੱਖ ਏਜੰਡਾ ਸੀਗਾ ਉਹ ਇਹਨਾਂ ਨੇ ਕੁਛ ਨਹੀਂ ਬਣਾਇਆ ਕਮਿਸ਼ਨ। ਇਹ ਸਾਰਾ ਕੁਛ ਕਰਕੇ ਮੁੜ ਕੇ ਇੱਕ ਵਾਰ ਵੀ ਉਹਨੂੰ ਅੰਨਾ ਹਜ਼ਾਰੇ ਨੂੰ ਕਦੇ ਬੁਲਾ ਕੇ ਸਨਮਾਨਿਤ ਨਹੀਂ ਕੀਤਾ, ਕੁਛ ਹੋਰ ਨਹੀਂ ਕੀਤਾ, ਦੱਸਿਆ ਨਹੀਂ। ਅੱਛਾ ਹੁੰਦਾ ਕਿ ਉਹਨਾਂ ਦੀ ਹਾਜ਼ਰੀ 'ਚ ਹਰ ਸਾਲ ਇਹ ਕਰਦੇ ਕਿ ਆਹ ਤੁਹਾਡੇ ਮੁੱਢਿਆਂ 'ਤੇ ਕਿਹਾ ਸੀ, ਆਹ ਤਾਂ ਮੈਂ ਕਰ ਲਈ ਗਲਤੀ ਕਿ ਮੈਂ ਰਾਜਨੀਤੀ 'ਚ ਆ ਗਿਆ, ਪਰ ਆਹ ਤੁਹਾਡਾ ਏਜੰਡਾ ਮੈਂ ਇੱਥੇ ਪੂਰਾ ਕੀਤਾ ਹੈਗਾ, ਉਹਨੂੰ ਭੁੱਲ ਗਿਆ। ਪਰ ਦੂਜੀ ਜੋ ਪੰਜਾਬ ਦੇ ਵਿੱਚ ਵਾਅਦੇ ਵੱਡੇ ਕਰ ਰਹੇ ਨੇ, ਜਿਵੇਂ ਪਹਿਲਾਂ ਬਿਜਲੀ 300 ਯੂਨਿਟ ਮਾਫ ਕਰਨ ਦੀ ਗੱਲ ਕਹੀ, ਹੁਣ ਜਿਹੜੇ ਹੈਗੇ ਕਲੀਨਿਕ ਸੈਂਟਰ ਖੋਲ੍ਹਣ ਦੀ ਗੱਲ ਕਹਿ ਰਹੇ ਵੀ ਹਰ ਪਿੰਡ ਸ਼ਹਿਰ ਵਾਰਡ ਵਾਈਜ਼ ਜਿਹੜੇ ਕਲੀਨਿਕ ਸੈਂਟਰ ਖੋਲ੍ਹੇ ਜਾਣਗੇ, ਸਿਹਤ ਸਹੂਲਤਾਂ ਨੂੰ ਅੱਗੇ ਲਗਾਇਆ ਜਾਊਗਾ। ਇਹ ਜਿਹੜੇ ਵਾਅਦੇ ਨੇ, ਜਿਹੜੀ ਲੋਕਾਂ ਤੋਂ ਜਿੱਤ ਕੇ 2 ਵਾਰ ਚੀਫ ਮਿਨਿਸਟਰ ਬਣਿਆ, ਪਹਿਲਾਂ ਉੱਥੇ ਤਾਂ ਪੂਰੇ ਕਰ ਦੇਣ। ਕੀ 300 ਯੂਨਿਟ ਦੇ ਰਹੇ ਨੇ ਉੱਥੇ ਦਿੱਲੀ ਦੇ ਵਿੱਚ? ਇੱਥੇ ਵਾਅਦਾ ਕਰਦੇ ਜਿਨ੍ਹਾਂ ਨੇ ਵੋਟਾਂ ਬਣਾਇਆ, 2 ਵਾਰ ਸੀਐਮ ਬਣਾਇਆ, ਅਜੇ ਤੱਕ ਉਹ ਵਾਅਦਾ ਤਾਂ ਉੱਥੇ ਨਹੀਂ ਪੂਰਾ ਕੀਤਾ ਬਿਜਲੀ ਪੂਰੀ ਦੇਣ ਦਾ। ਜਿੰਨੇ ਇੰਸਟੀਟਿਊਸ਼ਨ, ਕਾਲਜ ਵਗੈਰਾ, ਹਸਪਤਾਲ ਕਹਿੰਦੇ ਸਾਡੀ ਹੈਲਥ ਬਹੁਤ ਅੱਛੀ ਹੈ, ਐਜੂਕੇਸ਼ਨ ਬਹੁਤ ਅੱਛੀ ਹੈ। ਇਹਨਾਂ ਦੇ ਦਿੱਲੀ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਐਮਪੀਸੀ ਕੈਮਰੇ ਜਰਨੈਲ ਸਿੰਘ ਉਹ ਵਿਦਆਊਟ ਆਕਸੀਜਨ ਮਰਿਆ ਹੈ। ਇਹਨਾਂ ਦੇ ਕਿੱਥੇ ਗਏ ਹਸਪਤਾਲ ਦੇ ਵਾਅਦੇ? ਇਹ ਸਾਰੀਆਂ ਗੱਲਾਂ ਇੱਥੇ ਸਾਨੂੰ ਸਬਜ਼ ਬਾਗ ਦਾ ਦਿਖਾਉਣਾ। ਹੁਣ ਕੇਜਰੀਵਾਲ ਜੀ ਪੰਜਾਬ ਦੇ ਕਦੇ ਵੀ ਹਿਤੈਸ਼ੀ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਪੰਜਾਬ ਤੇ ਪੰਜਾਬੀਅਤ ਨਾਲ ਕਿੰਨੀ ਕੁ ਨਫ਼ਰਤ ਹੈ। ਉਹਨਾਂ ਨੇ ਸਾਡੇ ਪਾਣੀ ਦੇ ਵਿੱਚ ਮਾਮਲੇ ਆਏ, ਉਹਨਾਂ ਦੀ ਇੱਥੇ ਕਹਿੰਦੇ ਮੈਂ ਕਰੂੰਗਾ, ਕਰਕੇ ਗਏ ਸੀ ਵਾਅਦਾ। ਹਰਿਆਣੇ ਜਾਂਦੇ ਟੱਪਣ ਵੇਲੇ ਮੁੱਕਰ ਕਹਿੰਦੇ ਨਹੀਂ ਹਰਿਆਣੇ ਨੂੰ ਚਾਹੀਦਾ, ਜਦੋਂ ਹਰਿਆਣੇ ਦੀ ਹੱਦ ਤੋਂ ਨਿਕਲ ਕੇ ਕਹਿੰਦੇ ਦਿੱਲੀ ਨੂੰ ਚਾਹੀਦਾ। ਸਾਰਾ ਕੁਛ ਇਹ ਸਾਰੀਆਂ ਚੀਜ਼ਾਂ ਇਹ ਤਾਂ ਨਾ ਹੱਦ ਲੰਘਣ ਸਾਰੀ ਮੁੱਕਰਦੇ ਜਾਂਦੇ, ਨਾਲ ਦੀ ਨਾਲ ਇੱਧਰੋਂ ਕਰਦੇ ਜਾਂਦੇ, ਉੱਧਰੋਂ ਮੁੱਕਰਦੇ ਜਾਂਦੇ ਨੇ। ਤੋ ਇਵੇਂ ਜਿਵੇਂ ਜੇ ਪੰਜਾਬੀਅਤ ਚੰਗੀ ਲੱਗਦੀ ਹੁੰਦੀ ਤਾਂ ਇਹਨਾਂ ਨੇ ਅੱਜ ਤੱਕ ਕੋਈ ਪੰਜਾਬੀ ਲੀਡਰ ਆਪਣਾ ਅਜੇ ਤੱਕ ਅਨਾਊਂਸ ਨਹੀਂ ਕੀਤਾ ਜਿਹੜਾ ਪੰਜਾਬ ਦਾ ਆਉਣ ਵਾਲਾ ਸੀਐਮ ਹੋਊਗਾ। ਉਹ ਮੈਂ ਕਰੂੰਗਾ, ਮੈਂ ਦੇਖੂੰਗਾ, ਅਤੇ ਦਿੱਲੀ ਦੇ ਜਾਂ ਯੂਪੀ ਦੇ ਬੰਦਿਆਂ ਨੂੰ ਲਿਆ ਕੇ ਇੱਥੇ ਬਿਠਾ ਲੈਂਦੇ ਨੇ। ਸੋ ਕੇਜਰੀਵਾਲ ਨੂੰ ਨਾ ਪੰਜਾਬੀ ਨਾਲ ਹਮਦਰਦੀ ਹੈ, ਨਾ ਪੰਜਾਬ ਨਾਲ ਹਮਦਰਦੀ ਹੈ, ਨਾ ਪੰਜਾਬ ਦੇ ਮਸਲਿਆਂ ਨਾਲ। ਪੰਜਾਬ ਦੀ ਕੁਰਸੀ ਆਪਦੀ ਦੇਖ ਰਿਹਾ ਵੀ ਮੈਂ ਮੁੱਖ ਮੰਤਰੀ। ਦੇਖੋ ਮੈਂ ਤਾਂ ਦੱਸਿਆ ਵੀ ਅੰਨਾ ਹਜ਼ਾਰੇ 'ਚੋਂ ਦਿੱਲੀ ਦੀ ਕੁਰਸੀ ਕੱਢ ਲਈ, ਹੁਣ ਇੱਥੋਂ ਇਹਨਾਂ ਵਾਅਦਿਆਂ ਦੇ ਵਿੱਚੋਂ ਪੰਜਾਬ ਦੀ ਕੁਰਸੀ ਕੱਢਣ ਨੂੰ ਫਿਰਦੇ, ਜਿਹੜੀ ਕਦੇ ਮਿਲਣੀ ਨਹੀਂ, ਭੁੱਲ ਜਾਣ, ਸੁਪਨੇ 'ਚ ਭੁੱਲ ਜਾਣ ਕੇਜਰੀਵਾਲ ਜੀ। ਇਹ ਕੁਰਸੀ ਇੱਥੇ ਨਹੀਂ ਮਿਲਦੀ, ਇਹ ਦੇਖ ਲਿਆ। ਪੰਜਾਬੀ ਸਾਡੇ ਹੈਗੇ ਬਹੁਤ ਬਹਾਦਰ ਹੈ, ਕੰਮ ਕਰਦੇ ਆ, ਦੇਖਦੇ ਆ। ਆ ਕਿਸਾਨਾਂ ਦੇ ਮਾਮਲਿਆਂ ਵਿੱਚ ਕਿੰਨਾ ਕੁਝ ਇਹਨਾਂ ਨੇ ਕੀ ਕੀਤਾ, ਜੋ ਕੁਝ ਕਿਹਾ ਕੀਤਾ ਕੁਝ ਪੂਰਾ। ਜੇ ਦਿੱਲੀ 'ਚ ਬੈਠੇ ਸੀਗੇ, ਕਿੰਨੀ ਕੁ ਦੂਰ ਹੈ ਉੱਥੇ ਮੋਦੀ ਦਾ ਉਹ ਬਾਹਰ ਛੱਡਦੇ ਸਾਰਾ ਕੁਛ। ਜਿਵੇਂ ਅੰਨਾ ਹਜ਼ਾਰੇ ਵੇਲੇ ਉਹਦੀ ਕੁਰਸੀ ਲੈਣ ਵੇਲੇ ਛੱਡਿਆ ਸੀ, ਜਾ ਕੇ ਉੱਥੇ ਧਰਨੇ ਦਿੰਦੇ, ਸਾਰੀ ਮਿਨਿਸਟਰੀ ਬਿਠਾਉਂਦੇ। ਗਏ ਕਿਤਨੇ? ਇਸ ਕਰਕੇ ਇਹਨਾਂ ਦੇ ਤਿਲਾਂ ਵਿੱਚ ਕੇਜਰੀਵਾਲ ਦੇ ਤੇਲ ਹੈ ਨਹੀਂ ਗਾ। ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਆਉਂਦੇ ਆ, ਗੁੰਮਰਾਹ ਕਰਕੇ ਵਗ ਜਾਂਦੇ ਆ। ਦੇਖੋ ਅੱਜ ਤੁਸੀਂ ਪੰਜਾਬ ਦੀ ਇਕੱਲੀ ਕਾਂਗਰਸ ਦੀ ਗੱਲ ਨਾ ਕਰੋ,
ਤੁਸੀਂ ਪੰਜਾਬ ਦੇ ਸਾਰੇ ਸਿਆਸੀ, ਮੈਂ ਤਾਂ ਕਹਿੰਦਾ ਪੰਜਾਬ ਦੇ ਕਿ ਦੇਸ਼ ਦੇ ਸਾਰੇ ਸਿਆਸੀ ਦ੍ਰਿਸ਼ ਨੂੰ ਦੇਖੋ। ਮੈਂ ਤਾਂ ਹੀ ਕਹਿੰਦੀ ਸੀ ਮੈਂ ਚੈਪਟਰ ਕਿਸੇ ਵਕਤ ਸ਼ੁਰੂ ਕਰੂੰ ਵੱਖਰਾ। ਅੱਜ ਇਹ ਜਿਹੜੀਆਂ ਝਾਕੀਆਂ ਨੇ ਨਾ, ਝਾਕੀਆਂ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ, ਨਾਟ ਓਨਲੀ ਇਨ ਪੰਜਾਬ, ਸਾਰੇ ਪਾਸੇ ਦੇਸ਼ 'ਚ ਕੁਝ ਸਮਿਆਂ ਤੋਂ ਅਸੀਂ ਦੇਖ ਰਹੇ ਹਾਂ। ਕਾਫੀ ਮੈਂ ਸਮਝਦੀ ਹਾਂ ਕਿ ਸੋਨੀਆ ਜੀ ਤੇ ਰਾਜੀਵ ਜੀ ਤੋਂ, ਜਦੋਂ ਸੋਨੀਆ ਜੀ ਵੀ ਕੰਮ ਕਰਦੇ ਰਹੇ, ਉਸ ਤੋਂ ਬਾਅਦ ਇਹ ਸਿਆਸੀ ਜਿਹੜੀਆਂ ਇਹ ਝਾਕੀਆਂ ਇਹ ਵੱਖੋ ਵੱਖਰੇ ਰੂਪਾਂ ਵਿੱਚ, ਵੱਖੋ ਵੱਖਰੇ ਰੰਗਾਂ ਵਿੱਚ, ਵੱਖੋ ਵੱਖਰੇ ਤਰੀਕਿਆਂ ਨਾਲ ਜਿਹੜੀ ਆ ਰਹੀਆਂ। ਮੈਂ ਸਮਝਦੀ ਹਾਂ ਕਿ ਅਨਫੋਰਚੂਨੇਟ ਹੈ। ਅੱਜ ਮੈਂ ਇੰਨਾ ਹੀ ਕਹੂੰਗੀ, ਇਹਦੀ ਡਿਟੇਲ ਮੈਥੋਂ ਪੁੱਛੋਗੇ ਤਾਂ ਮੈਂ ਕਿਸੇ ਵਕਤ ਉਹ ਵੀ ਦੱਸੋ। ਕਿਸਾਨੀ ਅੰਦੋਲਨ ਜਿਹੜਾ ਹੈਗਾ, ਇਹ ਅੰਦੋਲਨ ਕਿਉਂ ਬਣਿਆ? ਜੇ ਇਹਨਾਂ ਦੇ ਹਿੱਤ 'ਚ ਗੱਲ ਕੀਤੀ ਹੈ, ਮੋਦੀ ਸਾਹਿਬ ਕਹਿੰਦੇ ਆ ਅਸੀਂ ਕਿਸਾਨਾਂ ਹਿੱਤ 'ਚ ਕੀਤੀ ਹੈ, ਤਾਂ ਫਿਰ ਅੰਦੋਲਨ ਕਿਉਂ ਹੋਇਆ? ਜੇ ਅੰਦੋਲਨ ਹੋਇਆ ਤਾਂ ਉਹਨੂੰ ਜੇ ਕਿਸਾਨੀ ਨਾਲ ਹਮਦਰਦੀ ਹੈ, ਮੋਦੀ ਜੀ ਦੀ ਕਿਉਂ ਨਹੀਂ ਸੁਣਦੇ, ਕਿਉਂ ਨਹੀਂ ਸਮਝਦੇ? ਸਾਡਾ ਇੱਕੋ ਹੀ ਸਟੇਟ ਹੈ ਕਿਸਾਨਾਂ ਦੀ। ਇਹ ਸਾਰੇ ਜਿਹੜੇ ਬਿੱਲ ਬਣਾਏ ਨੇ ਇਹਨਾਂ ਨੇ, ਜਿਹਦੇ ਨਾਲ ਗਲ ਘੁੱਟਣਾ ਚਾਹੁੰਦੇ ਨੇ, ਇੰਡਸਟਰੀਜ਼ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਮੋਦੀ ਜੀ ਇਹ ਸੋਚ ਲੈਣ ਕਿ ਕਿਸਾਨ ਅੰਦੋਲਨ ਤਾਂ ਜਿਹੜਾ ਹੈਗਾ ਸਾਡਾ ਸਿਰੇ ਚੜੂਗਾ ਹੀ ਚੜੂਗਾ। ਸਿੱਧੇ ਤਰੀਕੇ ਨਾਲ ਚੜਾਉਣਾ ਚਾਹੁਣ, ਅੱਛੀ ਗੱਲ ਹੈਗੀ ਹੈ, ਅਤੇ ਨਹੀਂ ਇਹ ਦੇਸ਼ ਦੇ ਜਿਹੜੇ ਹਾਲਾਤ ਨੇ ਇਹ ਕਿਹੜੇ ਪਾਸੇ ਵੱਲ ਨੂੰ ਤੋਰ ਰਹੇ ਨੇ, ਅੰਦੋਲਨਾਂ ਦੇ ਰਾਹ 'ਤੇ ਤੋਰ ਰਹੇ ਨੇ। ਅੱਜ ਇਸ ਸਿਚੁਏਸ਼ਨ ਦੇ ਵਿੱਚ ਕਿਹੋ ਜਿਹੇ ਹਾਲਾਤ ਬਣ ਗਏ ਆ ਦੇਸ਼ ਦੇ ਵਿੱਚ, ਅੱਜ ਇਹ ਤਰ੍ਹਾਂ ਦੀਆਂ ਗੱਲਾਂ ਕਰਕੇ ਸਾਡੀ ਕਿਸਾਨੀ ਦੇ ਜਿਹੜੇ ਲੱਗੇ ਹੋਏ ਆ ਖਿਲਾਫ ਕਰਨ ਵਾਸਤੇ, ਇਹਨੂੰ ਸਹਿਣ ਨਹੀਂ ਕਰਾਂਗੇ। ਕੋਈ ਵੀ ਪਾਰਟੀ ਨਹੀਂ ਸਹਿਣ ਕਰੂ, ਕੋਈ ਵੀ ਲੀਡਰ ਨਹੀਂ। ਸਭ ਤੋਂ ਪਹਿਲਾਂ ਕਿਸਾਨ ਹਾਂ ਮੈਂ। ਕਿਸਾਨ ਸੀ, ਸੀਐਮ ਬਣਦੇ ਸਭ ਕੁਝ ਭੁੱਲ ਜਾਂਦੇ ਆ, ਪਰ ਮੈਨੂੰ ਸੀਐਮ ਬਣਦੇ ਹੀ ਯਾਦ ਆਏ। 75 ਵਾਅਦੇ ਮੈਂ ਪੂਰੇ ਕੀਤੇ, ਮੇਰੇ ਮਾਂ-ਬਾਪ ਨੇ ਯਾਦ ਰੱਖੇ, ਬੈਨੀਫਿਟ ਸਰਕਾਰਾਂ ਦੇ ਮਿਲੇ ਹੋਏ ਛੱਡ ਕੇ ਜੇਲ੍ਹਾਂ 'ਚ ਗਏ, ਕਿਸਾਨੀ ਦੀ ਹਮਦਰਦੀ ਕੀਤੀ। ਅੱਜ ਵੀ ਸਾਡੇ ਬੱਚਿਆਂ ਤੱਕ ਤੁਸੀਂ ਸਾਰੇ ਨਾਲ ਜਾਂਦੇ ਹੋ, ਇੱਥੇ ਬੈਠੇ ਕਰ ਰਹੇ ਹੈ। ਅਸੀਂ ਇਸ ਕਰਕੇ ਨਹੀਂ ਕਿ ਇਕੱਲੇ ਅਸੀਂ ਕਿਸਾਨੀ ਦੀ, ਕਿਸਾਨੀ ਸਾਡਾ ਮੇਨ ਮੁੱਖ ਬੇਸ ਹੈ, ਜਿਹਦੇ 'ਤੇ ਸਾਡੀ ਵਪਾਰ, ਕਾਰੋਬਾਰੀ ਸਾਰੀ ਚੱਲਦੀ ਹੈ। ਸਾਰੇ ਤਰ੍ਹਾਂ ਦੇ ਵਰਗਾਂ ਦੇ ਲੋਕ, ਕਿਸਾਨ ਹੋਵੇ, ਮਜ਼ਦੂਰ ਹੋਵੇ, ਚੱਲਦੇ ਹੈ। ਸਾਡੀ ਉਹ ਪਾਰਟੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਕਿਸਾਨਾਂ ਦਾ ਕਰਜ਼ਾ ਦੇਸ਼ ਲੈਵਲ 'ਤੇ ਸੋਨੀਆ ਜੀ ਨੂੰ ਨਾਲ ਜਾ ਕੇ ਮਨਮੋਹਨ ਸਿੰਘ ਜੀ ਤੋਂ ਕਰਾਇਆ ਮਾਫ। ਅਸੀਂ ਮਾਫ ਸਾਰੀ ਦੁਨੀਆ, ਸਾਰੇ ਸੂਬਿਆਂ ਨੇ ਕੀਤਾ, ਸਾਡੇ ਪੰਜਾਬ ਦਾ ਨਹੀਂ ਸੀ ਕੀਤਾ ਹੋਇਆ। ਪੰਜਾਬ ਨੂੰ ਸ਼ਾਮਲ ਕਰਾਇਆ। ਇਹ ਕਾਂਗਰਸ ਪਾਰਟੀ ਹੋਈ ਹੈ। ਇਸੇ ਤਰ੍ਹਾਂ ਇਹ ਕਾਂਗਰਸ ਪਾਰਟੀ ਹੈ। ਅੱਜ ਜਿੱਥੇ ਅਸੀਂ ਕਿਸਾਨ ਦਾ ਕਰਜ਼ਾ ਮਾਫ ਕੀਤਾ, ਉੱਥੇ ਮਜ਼ਦੂਰ ਦਾ ਵੀ ਮਾਫ ਕੀਤਾ ਹੈ। ਅੱਜ ਜਿਹੜੇ ਹੁਣ ਪਿਛਲੀ ਵਾਰ ਜਾ ਰਹੇ ਉਹ ਸਾਰੇ ਕਿਸਾਨ ਖੇਤੀ ਕਾਮਿਆਂ ਦਾ ਜਾ ਰਿਹਾ ਹੈ। ਇਸ ਕਰਕੇ ਜਦੋਂ ਕਿਤੇ ਵੀ ਸੋਚਿਆ, ਕਾਂਗਰਸ ਨੇ ਸੋਚਿਆ ਕਿਸਾਨੀ ਵਾਸਤੇ, ਬਾਕੀ ਜਿਹਨੇ ਗੱਲਾਂ ਕੀਤੀਆਂ। ਲਾਸਟ ਸਵਾਲ, 3-4 ਮਹੀਨੇ ਰਹਿ ਗਏ ਸਰਕਾਰ ਦੇ, ਚੰਨੀ ਜੀ ਮੁੱਖ ਮੰਤਰੀ ਬਣੇ ਨੇ, ਕੀ ਲੱਗਦਾ ਵੀ ਜਿਹੜੇ 5 ਸਾਲ ਪਹਿਲਾਂ ਜਿਹੜੇ ਵਾਅਦੇ ਕੀਤੇ ਸੀਗੇ ਉਹ 3-4 ਮਹੀਨੇ ਦੇ ਵਿੱਚ ਪੂਰੇ ਕਰ ਲਿੱਤੇ ਆ? ਦੇਖੋ, ਵਿਲ ਹੋਣੀ ਚਾਹੀਦੀ ਹੈ। ਕਾਂਗਰਸ ਨੇ ਹਮੇਸ਼ਾ, ਇਹ ਨਹੀਂ ਮੈਂ ਕਹਿੰਦੀ ਕਿ ਸਾਰੇ ਨਹੀਂ ਪੂਰੇ ਹੋਏ, ਇਹ ਵੀ ਨਹੀਂ ਮੈਂ ਕਹਿੰਦੀ ਕਿ ਸਾਰੇ ਪੂਰੇ ਕਰਤੇ। ਕੁਛ ਹੋਏ ਹੈ, ਕੁਛ ਰਹਿੰਦੇ ਹੈ। ਕਿੰਨਾ ਹਾਲਾਤਾਂ 'ਤੇ ਕਿਹੋ ਜਿਹੇ ਕਾਰਨ 1-2 ਸਾਲ ਨਿਬੜੇ ਉਹ ਸਾਰਿਆਂ ਨੂੰ ਪਤਾ ਹੈਗਾ। ਚੰਨੀ ਜੀ ਬਣਿਆ ਸਨ, ਮੈਨੂੰ ਬੜੀ ਖੁਸ਼ੀ ਹੋਈ ਹੈ, ਕਿਉਂਕਿ ਮੈਂ ਤਾਂ ਆਪਣੇ 2 ਵਾਰ ਦੇ, ਮੇਰੀ ਤਾਂ ਮੈਂ ਕਹਿੰਦੀ ਖੁਸ਼ ਹੋਈ ਹੈ, ਮੈਨੂੰ 2 ਵਾਰ ਜਦੋਂ ਮੌਕਾ ਮਿਲਿਆ। ਅੱਜ ਕੱਲ੍ਹ ਤਾਂ ਉਹਦੇ ਛਡਾਉਣੇ ਪੈਂਦੇ ਹੈ ਜਾਂ ਛਡਾਉਣ ਦੇ ਉੱਤੇ ਰੁੱਸੇ ਹੋ ਜਾਂਦੇ ਹੈ, ਲੇਕਿਨ ਮੈਂ ਇਹਨੂੰ ਜਦ 2 ਅਹੁਦੇ ਦਿੱਤੇ ਸੀ, ਮੈਂ ਖੁਦ ਜਾ ਕੇ ਸੋਨੀਆ ਜੀ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਕੋਲ 2 ਅਹੁਦਿਆਂ ਦਾ ਭਾਰ ਹੈ, ਬਣਾਓ। ਅਤੇ ਮੈਂ ਉਦੋਂ ਮਹਿੰਦਰ ਸਿੰਘ KP ਨੂੰ ਪ੍ਰਧਾਨ ਬਣਾ ਕੇ ਲਿਆਈ ਸੀ, ਜਿੱਥੇ ਮੈਨੂੰ ਬਣਾਇਆ ਸੀਗਾ ਆਪ। ਅਸੀਂ ਉਸ ਵਕਤ ਦਲ ਭਰਾ ਜਿਹੜਾ ਸਾਡਾ SC ਉਹਨੂੰ ਬਣਾ ਕੇ ਲਿਆ ਸੀ। ਜਦੋਂ ਮੈਂ ਗਈਆਂ ਬਾਹਰ, ਅਤੇ ਉਸ ਵੇਲੇ ਵੀ ਮੈਂ ਸੋਨੀਆ ਜੀ ਨੂੰ ਖੁਦ ਰਿਜ਼ਾਈਨ ਲਿਖ ਕੇ ਲੈ ਕੇ ਗਈ ਸੀ, ਜਿੱਥੇ ਮੈਨੂੰ ਡਾਂਟ ਵੀ ਪਈ ਸੀ, ਮੈਨੂੰ ਕਿਉਂ ਰਿਜ਼ਾਈਨ ਲੈ ਕੇ ਆਈਆਂ। ਮੈਂ ਕਿਹਾ ਤੁਹਾਨੂੰ ਜ਼ਰੂਰਤ ਪੈ ਸਕਦੀ ਹੈ, ਮੈਨੂੰ ਕਿਸੇ ਬਦਲਣ ਦੀ, ਪਾਰਟੀ ਜ਼ਰੂਰਤ ਪੈ ਸਕਦੀ ਹੈ, ਆਹ ਮੇਰਾ ਰਿਜ਼ਾਈਨ ਤੁਸੀਂ ਰੱਖ ਲਓ। ਮੈਨੂੰ ਡਾਂਟ ਕੇ ਮੁੜ ਕੇ ਨਹੀਂ ਗੱਲ ਕਰਨੀ। ਫਿਰ ਵੀ ਮੈਂ ਉਸ ਵਕਤ ਆਪਣੀ ਥਾਂ 'ਤੇ ਮੈਨੂੰ ਲੇਟ ਹੋ ਰਹੀ ਸੀ, ਮੈਂ ਆ ਨਹੀਂ ਸਕੀ ਸੀ। ਜਗਜੀਤ ਸਿੰਘ ਇੱਕ ਸਾਡਾ SC ਦਲ ਬਣਾਇਆ। ਸਾਡੇ ਤਾਂ ਪਾਰਟੀ ਦੇ ਕਲਚਰ ਵਿੱਚ ਹੈ। ਮੈਂ ਤਾਂ ਖੁਦ ਆਪਣੇ ਸਮੇਂ ਦੇ ਵਿੱਚ ਆਪਣੇ ਹੱਥੀਂ ਆਪਣੇ ਨਾਲ ਭਰਾਵਾਂ ਨੂੰ ਬਣਾਇਆ। ਤਾਂ ਅੱਜ ਮੈਨੂੰ ਅੰਦਾਜ਼ਾ ਲਾਓ ਕਿੰਨੀ ਖੁਸ਼ੀ ਹੋਈ ਹੋਣੀ ਹੈ ਜਦੋਂ ਪਾਰਟੀ ਦੀ ਕਮਾਂਡ, ਅਕਾਲੀ ਦਲ ਕਹਿੰਦੇ ਡਿਪਟੀ ਬਣਾਵਾਂਗੇ, ਅੱਜ ਤੱਕ ਨਹੀਂ ਯਾਦ ਆਇਆ। ਅੱਜ ਤੱਕ ਆਪ ਬਣੇ ਰਹੇ ਡਿਪਟੀ ਸੁਖਬੀਰ ਬਾਦਲ, ਔਰ BJP ਕਹਿੰਦੀ ਜਿਹਨੇ ਕਦੇ ਆਉਣਾ ਹੀ ਨਹੀਂ ਪਾਵਰ 'ਚ, ਅਸੀਂ ਦਲ CM ਬਣਾਵਾਂਗੇ। ਕਿੰਨੀਆਂ ਸਟੇਟਾਂ ਤੁਹਾਡੀ ਬਣਾਇਆ ਕਿਤੇ? ਇਸ ਲਈ ਸਾਡੀ ਪਾਰਟੀ ਨੇ ਬਣਾ ਕੇ ਦਿਖਾਇਆ। ਔਰ ਇਹ ਚੰਨੀ ਬੜਾ ਸ਼ਰਾਫਤ ਨਾਲ, ਬੜੀ ਸੰਜੀਦਗੀ ਨਾਲ, ਬੜੀ ਜ਼ਿੰਮੇਵਾਰੀ ਨਾਲ ਲੋਕ ਮਸਲਿਆਂ ਨੂੰ ਹੱਲ ਕਰਨ ਤੁਰਿਆ ਵਾ, ਜਿਵੇਂ ਨੇ ਦਿਨ ਰਾਤ ਇੱਕ ਕੀਤੀ ਹੈ। ਸਾਰੀ ਸਾਡੀ ਕੈਬਨਿਟ ਅੱਛੇ ਕਾਂਗਰਸੀ ਕਮਿਟਡ ਲੋਕਾਂ ਦੀ ਬਣੀ ਹੈ। ਇਹ ਦਿਨ ਰਾਤ ਇੱਕ ਕਰਨਗੇ, ਅਤੇ ਮੈਨੂੰ ਆਸ ਹੈ ਪੂਰਾ ਕਿ ਅਸੀਂ ਬਹੁਤ ਹੱਦ ਤੱਕ ਆਪਣੇ ਵਾਅਦੇ ਪੂਰੇ ਕਰ ਲਵਾਂਗੇ।